कबीर सिख शाखां बहुते किए, केसो कियो न मीत। चाले थे हर मिलन को, बीचै अटक्यो चीत। कबीर सिख शाखां बहुते किए, केसो कियो न मीत। चाले थे हर मिलन को, बीचै अटक्यो चीत। कबीर कारण बपुरा क्या करे, जो राम न करे सहाय। जेह जेह डाली पग धरों, सोई मुर मुर जाए। कबीर अवरां कहो उपदेश ते, मुख में पर है रेत। रास बिरानी राखते, खाया घर का खेत। कबीर साधु की संगत रहो, जौं की पूसी खाओ। होनहार सो होए है, साकत संग न जाओ। कबीर संगत साध की, दिन दिन दूना हेत। साकत कारी कांबरी, धोए होए ना सेत। कबीर संगत साध की, दिन दिन दूना हेत। साकत कारी कांबरी, धोए होए ना सेत। गुरु रूप गुरु प्यारी साध संगत जीओ, प्यार सत्कार नाल गुरु दे चरणी आओ अपना सीस नवाइए जी। ਅਤੇ ਦਸ਼ਮੇਸ਼ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਅਸੀਸ ਬਖਸ਼ੀਸ਼ ਪਾਵਨ ਗੁਰੂ ਫਤਿਹ ਨਾਲ ਆਪਣਾ ਚਿੱਤ ਜੋੜ ਕੇ ਕਬੀਰ ਸਾਹਿਬ ਦੇ ਪਾਵਨ ਸਲੋਕਾਂ ਦੀ ਲੜੀਵਾਰ ਚੱਲ ਰਹੀ ਵਿਚਾਰ ਨਾਲ ਆਪਣਾ ਚਿੱਤ ਜੋੜੀਏ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬੀਰ ਸਾਹਿਬ ਦੇ ਅੱਜ ਦੇ ਪਾਵਨ ਸਲੋਕਾਂ ਦੀ ਵਿਚਾਰ ਅਸੀਂ 96 ਤੋਂ ਲੈ ਕੇ 100 ਸਲੋਕਾਂ ਤੱਕ ਕਰਨੀ ਹੈ। 96 ਸਲੋਕ ਤੋਂ ਲੈ ਕੇ 100 ਨੰਬਰ ਸਲੋਕਾਂ ਤੱਕ। ਅੱਜ ਦੀ ਵੀਡੀਓ ਦਾ ਸਾਡਾ 20 ਨੰਬਰ ਪਾਰਟ ਹੈ। ਕਬੀਰ ਸਾਹਿਬ ਨੇ ਅੱਜ ਦੇ ਇਹਨਾਂ 5 ਸਲੋਕਾਂ ਦੇ ਵਿੱਚ ਇੱਕ ਸਚਾਈ ਦਾ ਮਾਰਗ, ਜਿਹਦੇ ਰਸਤੇ ਦੇ ਉੱਤੇ ਤੁਰਨ ਵਾਲਾ ਇਨਸਾਨ ਕਈ ਵਾਰ ਆਪਣੇ ਰਸਤੇ ਤੋਂ ਭਟਕ ਜਾਂਦਾ ਹੈ, ਤੇ ਜਦੋਂ ਉਹਨੂੰ ਦੁਨਿਆਵੀ ਵਡਿਆਈ ਮਿਲਣੀ ਸ਼ੁਰੂ ਹੋ ਜਾਂਦੀ ਹੈ ਤਾਂ ਉਹ ਉੱਥੋਂ ਤੱਕ ਹੀ ਸੀਮਤ ਰਹਿ ਜਾਂਦਾ ਹੈ। ਉਹਦੀ ਵਿਚਾਰ ਕੀਤੀ ਹੈ। ਕਬੀਰ ਸਾਹਿਬ ਨੇ ਕਿਹਾ ਕੀ ਹੋਇਆ ਜੇ ਸੱਚੇ ਮਾਰਗ ਉੱਤੇ ਤੁਰਿਆ ਸੀ, ਪਰ ਰਸਤੇ ਦੇ ਵਿੱਚ ਹੀ ਉਹ ਅਟਕ ਗਿਆ, ਕਿਉਂਕਿ ਲੋਕਾਂ ਨੇ ਫੁੱਲਾਂ ਦੀ ਵਰਖਾ ਜੂ ਕਰ ਦਿੱਤੀ, ਮਾਣ ਕਰ ਦਿੱਤਾ, ਸਤਿਕਾਰ ਕਰ ਦਿੱਤਾ, ਚਾਰ ਚਿੱਲੇ ਚਾਟੜੇ ਹੋ ਗਏ, ਤੇ ਉਹਨੂੰ ਸਮਝ ਹੀ ਨਾ ਲੱਗੀ ਵੀ ਜਿਹੜਾ ਰਸਤਾ ਮੈਂ ਚੁਣਿਆ ਸੀ, ਮੇਰੀ ਤਾਂ ਮੰਜ਼ਿਲ ਅਜੇ ਬੜੀ ਦੂਰ ਹੈ। ਪਰ ਉਹ ਰਸਤੇ ਦੇ ਵਿੱਚ ਰੁਕ ਕੇ ਆਪਣੇ ਆਪ ਨੂੰ ਰੱਬ ਅਖਵਾਉਣ ਲੱਗ ਪਿਆ, ਖੁਦ ਨੂੰ ਪਰਮਾਤਮਾ ਅਖਵਾਉਣ ਲੱਗ ਪਿਆ। ਜਿਵੇਂ ਅੱਜ ਪੰਜਾਬ ਹੈ, ਪੰਜਾਬ ਦੀ ਧਰਤੀ ਹੈ, ਝਾਤ ਮਾਰ ਕੇ ਵੇਖੋ, ਨਿਰੰਕਾਰੀ ਲਹਿਰ ਕਿਸੇ ਟਾਈਮ ਤੁਰੀ ਸੀ ਚੰਗੇ ਕੰਮ ਲਈ, ਪਰ ਉਹ ਅਟਕ ਗਈ, ਆਪ ਹੀ ਗੁਰੂ ਬਣ ਗਏ। ਨਾਮਧਾਰੀ ਲਹਿਰ ਤੁਰੀ ਸੀ ਕਿਸੇ ਚੰਗੇ ਕੰਮ ਲਈ, ਆਪ ਹੀ ਗੁਰੂ ਬਣ ਗਏ। ਰਾਧਾ ਸੁਆਮੀਏ ਆਪ ਹੀ ਗੁਰੂ ਬਣ ਗਏ। ਇਸ ਤਰ੍ਹਾਂ ਹੀ ਪਤਾ ਨਹੀਂ ਕਿੰਨੀਆਂ ਕੁ ਹੋਰ ਲਹਿਰਾਂ ਸਨ ਜਿਹੜੀਆਂ ਤੁਰੀਆਂ ਸਨ, ਪਰ ਅਟਕ ਗਈਆਂ ਰਸਤੇ ਦੇ ਵਿੱਚ ਹੀ, ਕਿਉਂਕਿ ਲੋਕਾਂ ਨੇ ਮਾਣ ਦੇਣਾ ਸ਼ੁਰੂ ਕਰ ਦਿੱਤਾ, ਉਹਨਾਂ ਨੇ ਆਪਣੇ ਆਪ ਨੂੰ ਗੁਰੂ ਅਖਵਾਉਣਾ ਸ਼ੁਰੂ ਕਰ ਦਿੱਤਾ, ਰਸਤੇ ਦੇ ਵਿੱਚ ਹੀ ਅਟਕ ਗਏ ਉਹ। ਲੇਕਿਨ ਜਿਹੜਾ ਸਹੀ ਮਾਰਗ ਸੀ ਉਹਨੂੰ ਉਹਨਾਂ ਨੇ ਤਲਾਂਜਲੀ ਦੇ ਦਿੱਤੀ। ਇੱਦਾਂ ਹੀ ਬੰਦੇ ਦੀ ਹਾਲਤ ਹੈ। ਇਸ ਲਈ ਕਬੀਰ ਸਾਹਿਬ ਨੇ ਆਖਿਆ, ਕਹਿੰਦੇ ਨੇ ਦੇਖੋ ਰੱਬ ਨਾਲ ਮਿਲਾਉਣ ਦਾ ਕਾਰਨ ਗੁਰੂ ਹੈ, ਪਰ ਜੇ ਗੁਰੂ ਹੀ ਕੱਚਾ ਹੋਵੇ, ਕਹਿੰਦੇ ਜਿਵੇਂ ਇੱਕ ਦਰਖਤ ਹੋਵੇ, ਉਹਦੀਆਂ ਟਾਹਣੀਆਂ ਹੀ ਕੱਚੀਆਂ ਹੋਣ,
ਹੁਣ ਉਹਨਾਂ ਟਾਹਣੀਆਂ ਦੇ ਉੱਤੇ ਪੈਰ ਰੱਖ ਕੇ ਮੈਂ ਚੜ੍ਹਨ ਦੀ ਕੋਸ਼ਿਸ਼ ਕਰਾਂ ਤੇ ਕੀ ਫਾਇਦਾ, ਕਿਉਂਕਿ ਉਹਨਾਂ ਟਾਹਣੀਆਂ ਨੇ ਆਪ ਹੀ ਡਿੱਗ ਪੈਣਾ, ਹੈ ਨਾ। ਉਹਨਾਂ ਟਾਹਣੀਆਂ ਨੇ ਤੇ ਆਪ ਹੀ ਡਿੱਗ ਪੈਣਾ, ਟੁੱਟ ਜਾਣਾ ਉਹਨਾਂ ਟਾਹਣੀਆਂ ਨੇ। ਕਹਿੰਦੇ ਨੇ ਜਿਹੜੇ ਸੱਚੇ ਮਾਰਗ ਉੱਤੇ ਤੁਰਨ ਵਾਲੇ ਆਪ ਹੀ ਕੱਚੇ ਹੋਣ, ਉਹ ਕਿੱਦਾਂ ਸਾਨੂੰ ਮੰਜ਼ਿਲ ਤੱਕ ਪਹੁੰਚਾਉਣਗੇ, ਕਿਉਂਕਿ ਉਹ ਆਪ ਰਸਤੇ ਦੇ ਵਿੱਚ ਤੁਰੇ ਫਿਰਦੇ। ਤੇ ਕਬੀਰ ਸਾਹਿਬ ਕਹਿੰਦੇ ਨੇ ਐਸੇ ਲੋਕ ਦੂਜਿਆਂ ਨੂੰ ਉਪਦੇਸ਼ ਦਿੰਦੇ ਐ, ਪਰ ਉਹਨਾਂ ਦੇ ਆਪਣੇ ਉਪਦੇਸ਼ਾਂ ਦੇ ਵਿੱਚ ਕੋਈ ਪਾਵਰ ਨਹੀਂ ਹੁੰਦੀ, ਕਿਉਂਕਿ ਉਹ ਵਿਖਾਵਾ ਇਹ ਕਰਦੇ ਆਪਾਂ ਤੁਹਾਨੂੰ ਡੁੱਬਣੋਂ ਬਚਾ ਲਾਂਗੇ, ਪਰ ਉਹ ਤਾਂ ਆਪ ਡੁੱਬ ਚੁੱਕੇ ਹੁੰਦੇ, ਆਪ ਗਰਕ ਹੋ ਚੁੱਕੇ ਹੁੰਦੇ ਨੇ, ਆਪਣੀ ਜ਼ਿੰਦਗੀ ਜਿਹੜੀ ਨੇ ਉਹ ਫਾਲਤੂ ਬਣਾ ਚੁੱਕੇ ਹੁੰਦੇ ਨੇ, ਕੇਵਲ ਪੈਸੇ ਤੱਕ, ਸ਼ਾਨੋ ਸ਼ੌਕਤ ਤੱਕ, ਚੰਗੀਆਂ ਗੱਡੀਆਂ ਤੱਕ, ਚੰਗੇ ਘਰਾਂ ਤੱਕ ਸੀਮਤ ਹੋ ਚੁੱਕੇ ਹੁੰਦੇ ਨੇ। ਤੇ ਦੇਖੋ ਵੇਖਣ ਵਾਲੇ ਨੂੰ ਵੀ ਇਦਾਂ ਲੱਗਦਾ ਵੀ ਜਿਵੇਂ ਬੜਾ ਮਹਾਨ ਹੋਣਾ ਹੋ, ਪਰ ਜੇਕਰ ਉਹਨੂੰ ਪੁੱਛਿਆ ਜਾਵੇ ਵੀ ਤੂੰ ਮਹਾਨ ਹੈ ਤੇ ਉਹ ਅੰਦਰੋਂ ਤਾਂ ਗਰਕ ਹੋ ਚੁੱਕਾ ਹੁੰਦਾ, ਆਪ ਖੁਦ ਹੀ ਖਾਲੀ ਹੁੰਦਾ, ਉਹਦੇ ਆਪਣੇ ਅੰਦਰ ਕੱਖ ਨਹੀਂ ਹੁੰਦਾ, ਢੋਲ ਹੀ ਹੁੰਦਾ ਅੰਦਰੋਂ ਖਾਲੀ। ਫਿਰ ਕਬੀਰ ਸਾਹਿਬ ਨੇ ਕਿਹਾ, ਕਹਿੰਦੇ ਕਿ ਇਹੋ ਜਿਹੇ ਲੋਕਾਂ ਦੀ ਸੰਗਤ ਕਰਨ ਦਾ ਕੀ ਫਾਇਦਾ, ਜਿਨ੍ਹਾਂ ਦੀ ਸੰਗਤ ਕਰਨ ਨਾਲ ਭਾਵੇਂ ਮੈਨੂੰ ਚੰਗਾ ਖਾਣ ਪੀਣ ਨੂੰ ਮਿਲ ਜਾਏ, ਚੰਗਾ ਰਹਿਣ ਵਸੇਬਾ ਮਿਲ ਜਾਏ, ਜਿਨ੍ਹਾਂ ਦੀ ਸੰਗਤ ਨਾਲ ਭਾਵੇਂ ਮੇਰਾ ਜੀਵਨ ਸਟਾਈਲ ਵਧੀਆ ਬਣ ਜਾਏ, ਪਰ ਮੈਂ ਸੱਚ ਤੱਕ ਨਾ ਪਹੁੰਚ ਸਕਾਂ, ਤੇ ਐਸੇ ਲੋਕਾਂ ਦੀ ਸੰਗਤ ਕਰਕੇ ਮੈਂ ਕੀ ਕਰਨਾ। ਕਬੀਰ ਸਾਹਿਬ ਕਹਿੰਦੇ ਮੈਂ ਸੰਗਤ ਕਰਾਂਗਾ ਸੱਚ ਦੀ, ਸੱਚੇ ਲੋਕਾਂ ਦੀ, ਜਿਨ੍ਹਾਂ ਦੀ ਸੰਗਤ ਕਰਨ ਨਾਲ ਭਾਵੇਂ ਮੇਰੇ ਘਰ 'ਚ ਗਰੀਬੀ ਆ ਜਾਏ, ਭਾਵੇਂ ਮੈਨੂੰ ਰੋਟੀ ਚਾਸਵਾ ਦੀ ਨਾ ਮਿਲੇ, ਪਰ ਮੈਂ ਚੰਗੇ ਲੋਕਾਂ ਦੀ ਸੰਗਤ, ਉਹਨਾਂ ਦਾ ਖਹਿੜਾ ਨਹੀਂ ਛੱਡਾਂਗਾ, ਭਾਵੇਂ ਕੁਝ ਵੀ ਹੋ ਜਾਏ। ਹੁਣ ਇੱਥੇ ਇੱਕ ਚੀਜ਼ ਯਾਦ ਰੱਖਿਓ ਕਿ ਸਿੱਖ ਧਰਮ ਦੇ ਵਿੱਚ ਇੱਕ ਭਾਈ ਤੀਰਥਾ ਜੀ ਹੋਏ ਆ, ਭਾਈ ਮੰਝ ਜੀ, ਸਾਖੀ ਤੁਸੀਂ ਪਹਿਲਾਂ ਵੀ ਸੁਣੀ ਹੈ, ਪਰ ਸਰੋਤੇ ਨਵੇਂ ਜੁੜਦੇ ਜਾਂਦੇ, ਇਸ ਲਈ ਸੁਣਾ ਦੇਵਾਂ। ਭਾਈ ਮੰਝ ਕਿਸੇ ਟਾਈਮ ਪੀਰਾਂ ਫਕੀਰਾਂ ਦੇ ਉਪਾਸ਼ਕ ਸਨ, ਵਿਸ਼ੇਸ਼ ਤੌਰ ਤੇ ਉਹ ਨਗਾਹੇ ਵਾਲਾ ਜਿਹੜਾ ਪੀਰ ਹੈ ਮਾਝੇ ਦੇ ਵਿੱਚ, ਉਹਦੀ ਪੂਜਾ ਲਈ ਜਾਂਦੇ ਹੁੰਦੇ ਸੀ, ਜਿੱਥੇ ਅੱਜ ਸਿੱਖ ਵੀ ਧੱਕੇ ਖਾਂਦੇ ਫਿਰਦੇ ਆ ਲਾਲਾਂ ਵਾਲਾ ਜੀ, ਆ ਫਲਾਣਾ ਜੀ, ਆ ਢਿੰਗੜਾ ਜੀ। ਤੇ ਕਬੀਰ ਸਾਹਿਬ ਨੇ ਜਿਹੜੀ ਗੱਲ ਆਖੀ, ਉੱਥੋਂ ਮੈਨੂੰ ਯਾਦ ਆ ਗਿਆ ਕਿ ਮੈਂ ਸੰਗਤ ਨਹੀਂ ਛੱਡਣੀ ਸੱਚੇ ਬੰਦੇ ਦੀ। ਇੱਕ ਵਾਰ ਕਿਤੇ ਉਹ ਘੁੰਮਦੇ ਘੁਮਾਉਂਦੇ ਦਰਬਾਰ ਸਾਹਿਬ ਪਹੁੰਚ ਗਏ, ਅੰਮ੍ਰਿਤਸਰ। ਗੁਰੂ ਅਰਜਨ ਸਾਹਿਬ ਦੇ ਉਹਨਾਂ ਨੇ ਦੀਦਾਰ ਕੀਤੇ, ਜੋ ਉਹਨਾਂ ਨੇ ਉੱਥੋਂ ਦਾ ਨਜ਼ਾਰਾ ਤੱਕਿਆ, ਦੇਖਿਆ, ਨਜ਼ਾਰਾ ਤੱਕ ਕੇ, ਨਜ਼ਾਰਾ ਦੇਖ ਕੇ ਹੱਥ ਜੋੜ ਕੇ ਕਹਿੰਦੇ, ਹੇ ਪੰਜਵੇਂ ਪਾਤਸ਼ਾਹ ਮੈਨੂੰ ਸਿੱਖੀ ਦੀ ਦਾਤ ਦਿਓ। ਤਾਂ ਗੁਰੂ ਅਰਜਨ ਸਾਹਿਬ ਨੇ ਕਿਹਾ, ਸਿੱਖੀ ਉੱਤੇ ਸਿੱਖੀ ਨਹੀਂ ਟਿਕਦੀ। ਉਹਨੇ ਖੁੱਲ੍ਹ ਕੇ ਪੁੱਛਿਆ ਕੀ, ਤੇ ਸਤਿਗੁਰੂ ਨੇ ਸਾਰੀ ਗੱਲ ਸਮਝਾਤੀ, ਤੂੰ ਤਾਂ ਨਗਾਹੇ ਵਾਲੇ ਦੀ ਪੂਜਾ ਕਰਦਾ, ਉਹਦਾ ਹੀ ਫਿਰ ਬਣ ਕੇ ਰਹਿ। ਪਰ ਅੱਜ ਤੱਕ ਉਹਦੀ ਪੂਜਾ ਕਰਕੇ, ਵਡਿਆਈ ਕਰਕੇ ਉਹਨੂੰ ਕੱਖ ਨਹੀਂ ਸੀ ਮਿਲਿਆ, ਨਾ ਉਹਨਾਂ ਦੇ ਮਨ ਵਿੱਚ ਕੋਈ ਸ਼ਾਂਤੀ, ਨਾ ਸਹਿਜਤਾ ਆਈ ਸੀ। ਤੇ ਉਹਨਾਂ ਨੇ ਐਟੋਮੈਟਿਕਲੀ ਸੋਚ ਲਿਆ ਵੀ ਮੈਨੂੰ ਕੀ ਦੇਵੇਗਾ, ਅੱਜ ਇਹ ਜੀ ਲੱਖਾਂ ਦਾ ਦਾਤਾ ਸਾਡੇ ਸਿਰ ਤੇ ਆਉਂਦਾ ਜੀ, ਫਲਾਣਾ ਬਾਬਾ ਸਾਡੇ ਸਿਰ ਤੇ ਆਉਂਦਾ ਜੀ, ਸਾਡਾ ਬਾਬਾ ਬੜਾ ਜ਼ਾਹਰ ਹੈ ਜੀ। ਇੱਕ ਗੱਲ ਯਾਦ ਰੱਖਿਓ, ਜੀਵਨ ਜਾਂਚ ਜਿਹੜੀ ਗੁਰੂ ਗ੍ਰੰਥ ਸਾਹਿਬ ਸਿਖਾਉਂਦੇ ਨੇ, ਕਦੀ ਇਹਨਾਂ ਬਾਬਿਆਂ ਨੇ ਸਿਖਾਈ ਤੁਹਾਨੂੰ? ਸਵਾਏ ਚਿਰਾਗ ਜਗਾ ਕੇ, ਸਿਰ ਸੁਰ ਘੁਮਾ ਕੇ ਵਾਪਸ ਆ ਜਾਂਦੇ ਹੋ, ਕੁਝ ਪੱਲੇ ਪੈਂਦਾ? ਕਦੇ ਕੋਈ ਉਪਦੇਸ਼ ਮਿਲਦਾ? ਨਹੀਂ, ਸਵਾਏ ਕੱਚੀਆਂ ਪਿੱਲੀਆਂ ਕਹਾਣੀਆਂ ਤੋਂ। ਇਹ ਮੁਸਲਮਾਨ ਫਕੀਰ, ਇਹਨਾਂ ਦੀ ਆਪਣੀ ਕਦਰ ਇਸਲਾਮ ਦੇ ਵਿੱਚ ਕੋਈ ਹੈ ਨਹੀਂ, ਇਸਲਾਮ ਤਾਂ ਇਹਨਾਂ ਨੂੰ ਮੰਨਦਾ ਹੀ ਨਹੀਂ, ਤੇ ਅਸੀਂ ਚੱਕ ਕੇ ਇਹਨਾਂ ਦੀ ਪੂਜਾ ਕਰਦੇ ਫਿਰਦੇ। ਤੇ ਉਸ ਟਾਈਮ ਭਾਈ ਤੀਰਥਾ ਭਾਈ ਮੰਝ ਨੇ ਘਰ ਵਿੱਚ ਆ ਕੇ ਜਿਹੜੀ ਨਗਾਹੇ ਵਾਲੇ ਪੀਰ ਦੀ ਜਗ੍ਹਾ ਬਣਾਈ ਸੀ, ਢਾਹ ਦਿੱਤੀ। ਪਿੰਡ ਦਾ ਮੁਖੀ ਸੀ, ਪਿੰਡ ਵਾਲਿਆਂ ਨੇ ਮੁਖੀ ਪਣਾ ਵੀ ਖੋਹ ਲਿਆ, ਭਾਈ ਸਾਹਿਬ ਦੀ ਜ਼ਮੀਨ ਸਾੜ ਦਿੱਤੀ, ਮਾਫ ਕਰਿਓ ਫਸਲ ਸਾੜ ਦਿੱਤੀ, ਉਹਨਾਂ ਦੇ ਪਸ਼ੂਆਂ ਨੂੰ ਜ਼ਹਿਰ ਜੂਰ ਖਵਾ ਕੇ ਮਾਰ ਦਿੱਤਾ, ਤੇ ਇਹ ਸ਼ੋ ਅਪ ਕੀਤਾ ਵੀ ਪੀਰ ਨਗਾਹੇ ਵਾਲੇ ਦੀ ਕਰੋਪੀ ਇਹਨੂੰ ਮਿਲੀ। ਪਰ ਭਾਈ ਸਾਹਿਬ ਨੇ ਆਪਣਾ ਰਸਤਾ ਨਾ ਛੱਡਿਆ। ਆਖਰਕਾਰ ਅੰਮ੍ਰਿਤਸਰ ਦੀ ਧਰਤੀ ਤੇ ਆ ਗਏ। ਉੱਥੇ ਆ ਕੇ ਸਹਿਜ ਸੁਭਾਅ ਲੰਗਰ ਲਈ ਲੱਕੜਾਂ ਢੋਣ ਦੀ ਸੇਵਾ ਕਰਦੇ ਰਹੇ। ਇੱਕ ਦਿਨ ਲੰਮਾ ਟਾਈਮ ਹੋ ਗਿਆ ਸੀ, ਬਾਣੀ ਪੜ੍ਹਦੇ ਹਾਂ, ਬਾਣੀ ਸਮਝਦੇ ਹਾਂ, ਗੁਰਸਿੱਖ ਬਣ ਚੁੱਕੇ ਸੀ, ਸਦਕ ਵਾਲੇ ਬਣ ਚੁੱਕੇ ਸਨ। ਜਿਸ ਦਿਨ ਇੱਕ ਦਿਨ ਉਹ ਖੂਹ ਵਿੱਚ ਡਿੱਗ ਪੈਂਦੇ ਹੈ, ਸਾਰੀ ਰਾਤ ਖੂਹ ਵਿੱਚ ਡਿੱਗੇ ਰਹਿੰਦੇ ਹੈ ਤੇ ਲੱਕੜਾਂ ਸਿਰ ਦੇ ਉੱਤੇ ਚੁੱਕ ਕੇ ਰੱਖਦੇ ਹੈ। ਜਦੋਂ ਇੱਕ ਖੂਹ ਦੇ ਕੋਲੋਂ ਗੁਜ਼ਰਨ ਵਾਲਾ ਇਨਸਾਨ ਉਹਨਾਂ ਦੀ ਆਵਾਜ਼ ਸੁਣਦਾ, ਪਤਾ ਲੱਗਦਾ ਵੀ ਇਹ ਤਾਂ ਕੋਈ ਸਿੱਖ ਹੈ, ਬਾਣੀ ਪੜ੍ਹ ਰਿਹਾ। ਉਹ ਅੰਮ੍ਰਿਤਸਰ ਪਹੁੰਚਦਾ, ਜਾ ਕੇ ਦੱਸਦਾ ਵੀ ਇੱਕ ਸਿੱਖ ਖੂਹ ਵਿੱਚ ਡਿੱਗਾ ਹੋਇਆ, ਤੇ ਗੁਰੂ ਅਰਜਨ ਸਾਹਿਬ ਆਪ ਦੌੜੇ ਜਾਂਦੇ।
ਰੱਸੀ ਸੁੱਟ ਕੇ ਭਾਈ ਸਾਹਿਬ ਨੂੰ ਕਹਿੰਦੇ ਭਾਈ ਮੰਝ ਜੀ ਉੱਪਰ ਆ ਜਾਓ। ਭਾਈ ਮੰਝ ਜੀ ਕਹਿੰਦੇ ਨੇ ਉੱਪਰ ਮੈਂ ਬਾਅਦ 'ਚ ਆਵਾਂਗਾ, ਪਰ ਲੰਗਰ ਲਈ ਜਿਹੜੀਆਂ ਲੱਕੜਾਂ ਮੈਂ ਸਿਰ 'ਤੇ ਚੱਕੀਆਂ ਰਾਤ ਦੀਆਂ ਕਿਤੇ ਭੇਜ ਨਾ ਜਾਣ, ਉਹ ਪਹਿਲਾਂ ਬਾਹਰ ਕੱਢ ਲਓ। ਸਿਦਕ ਦੇਖੋ, ਇਹ ਗੱਲਾਂ ਤੁਹਾਨੂੰ ਬੜੀਆਂ ਸੌਖੀਆਂ ਲੱਗਦੀਆਂ ਨਹੀਂ ਹੋਣੀਆਂ ਵੀ ਲਓ ਜੀ ਇਹ ਕਿਹੜੀ ਵੱਡੀ ਗੱਲ ਸੀ ਜੀ, ਲੱਕੜਾਂ ਗਿੱਲੀਆਂ ਵੀ ਹੋ ਜਾਂਦੀਆਂ ਤਾਂ ਫਿਰ ਕੀ ਗੱਲ ਸੀ, ਪਰ ਇੱਕ ਸਿੱਖ ਦਾ ਸਿਦਕ ਸੀ। ਭਾਈ ਸਾਹਿਬ ਨੇ ਪਹਿਲਾਂ ਲੱਕੜਾਂ ਬਾਹਰ ਕੱਢੀਆਂ, ਉਸ ਤੋਂ ਬਾਅਦ ਭਾਈ ਸਾਹਿਬ ਆਪ ਆਏ ਤੇ ਗੁਰੂ ਅਰਜਨ ਸਾਹਿਬ ਨੇ ਸੀਨੇ ਨਾਲ ਲਾ ਕੇ ਪਿਆਰ ਕੀਤਾ ਤੇ ਕਿਹਾ, ਮੰਝ ਪਿਆਰਾ ਗੁਰੂ ਕੋ ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਬੋਇਤਾ ਜਗ ਲੰਘਣਾਰਾ। ਵੀ ਜਿਹੜੇ ਸਿਦਕ ਵਿੱਚੋਂ ਮੈਂ ਕੱਢਿਆ ਤੁਹਾਨੂੰ, ਤੁਸੀਂ ਸੰਪੂਰਨ ਚੜ੍ਹੇ ਹੋ। ਤੇ ਭਾਈ ਮੰਝ ਜੀ ਜੋ ਤੁਸੀਂ ਸਮਝਿਆ, ਜੋ ਸਿੱਖਿਆ, ਜਾਓ ਹੁਣ ਲੋਕਾਂ ਨੂੰ ਸਮਝਾਓ, ਸਿਖਾਓ। ਜਦੋਂ ਅਸੀਂ ਸੱਚੇ ਮਾਰਗ ਉੱਤੇ ਤੁਰਨਾ ਸ਼ੁਰੂ ਕਰ ਦਈਏ, ਫਿਰ ਪਰਵਾਹ ਨਹੀਂ ਹੁੰਦੀ ਵੀ ਭੁੱਖੇ ਮਰ ਰਹੇ ਹਾਂ, ਜਾਂ ਚੰਗੇ ਕੱਪੜੇ ਪਾਉਣ ਨੂੰ ਨਹੀਂ, ਚੰਗਾ ਘਰ ਰਹਿਣ ਨੂੰ ਨਹੀਂ, ਜਾਂ ਪੈਸਾ ਕੋਲ ਨਹੀਂ। ਫਿਰ ਤਾਂ ਸੱਚਾ ਰਸਤਾ ਅਪਣਾ ਲਿਆ ਤੇ ਅਪਣਾ ਲਿਆ, ਫਿਰ ਲੋਕਾਂ ਦੀ ਪਰਵਾਹ ਨਹੀਂ। ਪਰ ਸੱਚਾ ਰਸਤਾ ਬੰਦੇ ਨੂੰ ਧੋਖਾ ਨਹੀਂ ਦਿੰਦਾ, ਕਿਤੇ ਨਾ ਕਿਤੇ ਇਹਦਾ ਮੁੱਲ ਪੈਂਦਾ, ਪਰ ਇਸ ਚੀਜ਼ ਦੀ ਸਾਨੂੰ ਸਮਝ ਦੇਰ ਨਾਲ ਜਾ ਕੇ ਲੱਗਦੀ। ਇਸ ਲਈ ਕਬੀਰ ਸਾਹਿਬ ਨੇ ਕਿਹਾ, ਮੈਂ ਸੰਗਤ ਤਾਂ ਆਪਣੇ ਗੁਰੂ ਦੀ ਕਰਾਂਗਾ, ਰੱਬ ਦੇ ਪਿਆਰੇ ਦੀ ਕਰਾਂਗਾ, ਕਿਉਂਕਿ ਉਹਦੀ ਸੰਗਤ ਵਿੱਚ ਹੀ ਗੱਲ ਬਣਦੀ ਹੈ। ਨਹੀਂ ਤਾਂ ਕਬੀਰ ਸਾਹਿਬ ਨੇ ਕਿਹਾ, ਮਾੜੇ ਲੋਕਾਂ ਦੀ ਸੰਗਤ ਦਾ ਕੋਈ ਫਾਇਦਾ ਨਹੀਂ। ਜਿਵੇਂ ਕਾਲੀ ਕੰਬਲੀ ਹੈ, ਜਿੰਨੀ ਮਰਜ਼ੀ ਧੋ ਲਓ ਚਿੱਟੀ ਨਹੀਂ ਨਾ ਹੁੰਦੀ। ਭੈੜੇ ਲੋਕ ਕਦੇ ਵੀ ਸੁਧਰਦੇ ਨਹੀਂ। ਜਿਨ੍ਹਾਂ ਲੋਕਾਂ ਨੂੰ ਲਾਲਚ ਪੈ ਜਾਂਦਾ, ਉਹਨਾਂ 'ਤੇ ਸੁਧਾਰ ਨਹੀਂ ਹੁੰਦਾ। ਉਹ ਆਪ ਗਰਕੇ ਹੁੰਦੇ ਆ, ਉਹ ਤੁਹਾਨੂੰ ਵੀ ਗਰਕ ਕਰਨ ਦਾ ਯਤਨ ਕਰਦੇ ਆ, ਕੋਸ਼ਿਸ਼ ਕਰਦੇ। ਹੁਣ ਆਓ ਕਬੀਰ ਸਾਹਿਬ ਦੇ ਇਹਨਾਂ ਸਲੋਕਾਂ ਦੀ ਡੀਪਲੀ ਵਿਚਾਰ ਕਰਦੇ ਹਾਂ। ਕਬੀਰ ਸਿੱਖ ਸ਼ਾਖਾਂ ਬਹੁਤੇ ਕੀਏ, ਕੇਸੋ ਕੀਓ ਨਾ ਮੀਤ। 96 ਪਾਰਟ ਹੈ, ਮਾਫ ਕਰਨਾ ਸਲੋਕ ਹੈ। ਕਬੀਰ ਸਾਹਿਬ ਕਹਿੰਦੇ ਨੇ ਕਿ ਪਰਮਾਤਮਾ ਦੇ ਰਸਤੇ ਉੱਤੇ ਤੁਰ ਪਿਆ ਬੰਦਾ, ਵੀ ਮੈਂ ਰੱਬ ਨੂੰ ਪਾਉਣਾ ਜੀ, ਮੈਂ ਪਰਮਾਤਮਾ ਦੀ ਪ੍ਰਾਪਤੀ ਕਰਨੀ। ਤੁਰ ਪਿਆ, ਤੁਰਿਆ ਗਿਆ, ਬੰਦਗੀ ਕੀਤੀ, ਭਗਤੀ ਕੀਤੀ, ਗੁਣ ਅਪਣਾਏ, ਜੀਵਨ ਸੋਹਣਾ ਬਣਾ ਲਿਆ। ਪਰ ਹੋਇਆ ਕੀ? ਨਾਲ ਲੋਕ ਵੀ ਜੁੜ ਗਏ, ਚੇਲੇ ਬਣ ਗਏ, ਕਈ ਸਿੱਖ ਬਣ ਗਏ, ਚੇਲੇ ਬਣ ਗਏ। ਬਾਬੇ ਦੀ ਵਡਿਆਈ ਹੋਣ ਲੱਗ ਪਈ, ਪੂਜਾ ਹੋਣ ਲੱਗ ਪਈ। ਫਿਰ ਕੀ ਹੋਇਆ? ਸਿੱਖ ਸ਼ਾਖਾਂ ਬਹੁਤੇ ਕੀਏ, ਕੇਸੋ ਕੀਓ ਨਾ ਮੀਤ। ਚਾਲੇ ਥੇ ਹਰ ਮਿਲਨ ਕੋ, ਬੀਚੇ ਅਟਕਿਓ ਚੀਤ। ਚੱਲਿਆ ਤਾਂ ਇਸ ਲਈ ਸੀ ਕਿ ਮੈਂ ਪਰਮਾਤਮਾ ਨੂੰ ਪਾਉਣਾ, ਪਰ ਰਸਤੇ ਦੇ ਵਿੱਚ ਹੀ ਅਟਕ ਗਿਆ ਤੇ ਰੱਬ ਭਾਵ ਕੇਸੋ, ਕੇਸਾਂ ਵਾਲਾ ਪਰਮਾਤਮਾ, ਉਹਨੂੰ ਤਾਂ ਆਪਣਾ ਸੱਚਾ ਮਿੱਤਰ ਨਾ ਬਣਾਇਆ, ਪਰ ਸਿੱਖ ਸ਼ਾਖਾਂ ਬਣਾ ਲਈਆਂ। ਚੇਲੇ ਚਾਪਟੇ ਬਹੁਤ ਜ਼ਿਆਦਾ ਕਾਇਮ ਕਰ ਲਏ, ਰਸਤੇ ਵਿੱਚ ਅਟਕ ਗਿਆ। ਆਪਣੇ ਗੋਡੇ ਘਟਾਉਣੇ ਸ਼ੁਰੂ ਕਰ ਦਿੱਤੇ, ਆਪਣਾ ਡੇਰਾ ਚਮਕਾ ਲਿਆ, ਆਪਣੀ ਸੰਗਤ ਬਣਾ ਲਈ, ਆਪਣੇ ਚੇਲੇ ਚਪਟੇ ਬਣਾ ਲਏ, ਆਪਣਾ ਨਿਯਮ ਤਿਆਰ ਕਰ ਲਿਆ, ਲੇਕਿਨ ਜਿਹੜਾ ਕੰਮ ਸੀ ਉਹ ਨਹੀਂ ਕੀਤਾ। ਦੇਖੋ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲਾਉਣ ਦਾ ਪਖੰਡ ਕਰਦੇ ਨੇ ਬਹੁਤ ਸਾਰੇ ਡੇਰੇ, ਬਹੁਤ ਸਾਰੇ ਡੇਰੇਦਾਰ। ਕੀ ਲਾ ਰਹੇ ਨੇ? ਖੁਦ ਨੂੰ ਮੱਥੇ ਟਿਕਾਉਂਦੇ ਆ, ਖੁਦ ਨੂੰ ਮੱਥੇ ਟਿਕਾ ਰਹੇ। ਕਦੇ ਸੋਚ ਕੇ ਦੇਖਿਓ ਤੁਸੀਂ ਆਪ ਧਿਆਨ ਨਾਲ, ਜਿਹੜਾ ਬੰਦਾ ਆਪਣੇ ਆਪ ਨੂੰ ਮੱਥਾ ਟਿਕਾ ਰਿਹਾ, ਉਹ ਗੁਰੂ ਦਾ ਸ਼ਰੀਕ ਨਹੀਂ, ਤੋਰ ਕੀ ਸ਼ਰੀਕ ਹੋਇਆ ਨਾ। ਸਿੱਖ ਕਦੇ ਗੁਰੂ ਆਪਣੇ ਆਪ ਨੂੰ ਮੱਥਾ ਨਹੀਂ ਟਿਕਾਉਂਦਾ। ਉਹ ਕਹਿੰਦਾ ਗੁਰੂ ਨੂੰ ਮੱਥਾ ਟੇਕੋ, ਮੈਨੂੰ ਕਿਉਂ ਟੇਕਦੇ ਹੋ? ਕਦੇ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਨੇ ਕਿਹਾ ਸੀ ਮੈਨੂੰ ਮੱਥਾ ਟੇਕੋ। ਪਤਾ ਸੀ ਉੱਥੇ ਲਫੇੜੇ ਪੈਣੇ ਝੁਕੇ, ਤਾਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਸੀ। ਅੱਜ ਦੇ ਬਾਬੇ ਦੀ ਮੈਂ ਗੱਲ ਕਰਾਂ, ਫਿਰ ਆਪਣੇ ਆਪ ਨੂੰ ਮੱਥਾ ਟਿਕਾਈ ਜਾਂਦੇ। ਕੋਈ ਮਿਸ਼ਰੀ ਦਾ ਪ੍ਰਸ਼ਾਦ ਦੇਈ ਜਾਂਦਾ, ਕੋਈ ਹੋਰ ਦੇਈ ਜਾਂਦਾ। ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ, ਦੂਜੇ ਪਾਸੇ ਕਮਰੇ 'ਚ ਆਪ ਬੈਠੇ ਹੁੰਦੇ ਨੇ ਪਲੰਘ ਤੇ, ਐਸ਼ਾਂ ਲੈ ਰਹੇ ਹੁੰਦੇ ਆ, ਤੇ ਲੋਕ ਥੱਲੇ ਬਹਿ ਕੇ ਸੰਗਤ ਕਰ ਰਹੇ, ਮੱਥਾ ਟੇਕ ਰਹੇ। ਗੁਰੂ ਗ੍ਰੰਥ ਸਾਹਿਬ ਦੀ ਸੰਗਤ ਨਹੀਂ, ਆਪਣੀ ਸੰਗਤ ਕਰਾਈ ਜਾਂਦੇ। ਔਰ ਜੇ ਇਹ ਮੇਰੀ ਗੱਲ ਝੂਠੀ ਤੁਹਾਨੂੰ ਨਿਕਲੇ ਤੇ ਆਪ ਖੁਦ ਦੇਖ ਲਓ, ਖੁਦ ਦੇਖ ਲਓ। ਜਿੰਨੇ ਡੇਰੇਦਾਰ ਸਾਧ ਬਣੇ ਹੋਏ ਆ, ਇਹਨਾਂ ਨੇ ਪਖੰਡ ਇਹੀ ਚਲਾਇਆ ਆ। ਆਪਣੇ ਆਪ ਨੂੰ ਗੁਰੂ ਤੋਂ ਘੱਟ ਥੋੜ੍ਹੀ ਅਖਵਾ ਰਹੇ, ਗੁਰੂ ਤੋਂ ਘੱਟ ਥੋੜ੍ਹੀ। ਇਹਨਾਂ ਦੇ ਵਿੱਚ ਹੈ ਕੀ ਹੈ? ਕਿਹੜੇ ਕੰਮ ਲਈ ਡੇਰੇ, ਜਿਹੜੇ ਮੁਖੀ ਸਨ ਡੇਰਿਆਂ ਦੇ, ਜਦੋਂ ਉਹਨਾਂ ਨੇ ਸ਼ੁਰੂਆਤ ਕੀਤੀ ਹੋਊਗੀ, ਇਸ ਕੰਮ ਲਈ ਥੋੜ੍ਹੀ ਕੀਤੀ। ਪਰ ਅੱਜ ਦੇ ਲੋਕ ਬਿਜ਼ਨਸਮੈਨ ਬਣ ਗਏ, ਆਪਣਾ ਕੰਮ ਚਲਾ ਲਿਆ ਉਹਨਾਂ ਨੇ। ਇਹੀ ਗੱਲ ਕਬੀਰ ਸਾਹਿਬ ਨੇ ਕਹੀ ਕਿ ਰੱਬ ਨਾਲ ਤਾਂ ਚਿੱਤ ਨਾ ਜੁੜਿਆ, ਪਰ ਚੇਲਿਆਂ ਦੇ ਨਾਲ ਮਨ ਪਰਚਾ ਲਿਆ, ਹੋਰ ਹੀ ਪਾਸੇ ਜੁੜ ਗਏ। ਕਬੀਰ ਕਾਰਨ ਵਪਰਾ ਕਿਆ ਕਰੇ, ਜੋ ਰਾਮ ਨਾ ਕਰੇ ਸਹਾਈ। ਹੁਣ ਆਹ ਪੰਕਤੀ ਸਮਝਣ ਵਾਲੀ, ਕਿ ਕਾਰਨ ਤਾਂ ਕੋਈ ਰੱਬ ਦਾ ਪਿਆਰਾ ਹੀ ਬਣਦਾ ਨਾ। ਕਿਸੇ ਦੀ ਸੰਗਤ ਕਰਕੇ ਤੁਸੀਂ ਸੱਚ ਦੇ ਮਾਰਗ ਉੱਤੇ ਤੁਰਦੇ ਹੋ, ਤੇ ਜਿਹਦੀ ਆਪਾਂ ਸੰਗਤ ਕਰ ਰਹੇ ਹਾਂ, ਜੇਕਰ ਉਹੀ ਗਰਕ ਹੋਇਆ ਪਿਆ, ਕਾਰਨ ਵਪਰਾ ਕਿਆ ਕਰੇ, ਉਹ ਕਾਰਨ ਵਿਚਾਰਾ ਕੀ ਕਰੇਗਾ? ਕਾਰਨ ਤਾਂ ਕਿਸੇ ਨੇ ਬਣਨਾ ਨਾ। ਤੇ ਜੇ ਉਹ ਆਪ ਹੀ ਗਰਕ ਹੋਇਆ, ਜੋ ਰਾਮ ਨਾ ਕਰੇ ਸਹਾਇ, ਰੱਬ ਨੇ ਵੀ ਸਹਾਇਤਾ ਨਹੀਂ ਕਰਨੀ।
ਸਮਝਿਓ, ਰੱਬ ਵੀ ਉਸ ਬੰਦੇ ਦੀ ਸਹਾਇਤਾ ਨਹੀਂ ਕਰਦਾ ਜਿਹੜਾ ਬੰਦਾ ਝੂਠ ਦਾ ਵਪਾਰੀ ਹੋ ਜਾਂਦਾ ਤੇ ਜਿਹਦੇ ਕਦਮੀ ਆਪਾਂ ਲੱਗੇ ਫਿਰਦੇ ਤੇ ਕਹਿੰਦੇ ਇਹ ਸਾਡਾ ਗੁਰੂ ਹੈ, ਇਹ ਸਾਡਾ ਗੁਰੂ ਹੈ। ਰੱਬ ਵੀ ਉਸ ਬੰਦੇ ਵੱਲੋਂ ਮੂੰਹ ਫੇਰ ਲੈਂਦਾ। ਰੱਬ ਕਹਿੰਦਾ ਪਖੰਡੀ ਹੋ ਗਿਆ ਹੁਣ। ਤੇ ਐਸੇ ਕਾਰਨ ਜਿਹੜੇ ਹੈ, ਐਸੇ ਜਿਹੜੇ ਲੋਕ ਹੈ ਜਿਹੜੇ ਪਖੰਡ ਕਰਦੇ, ਆਪਾਂ ਤੁਹਾਨੂੰ ਰੱਬ ਨਾਲ ਮਿਲਾ ਦੇਵਾਂਗੇ। ਕਬੀਰ ਸਾਹਿਬ ਕਹਿੰਦੇ ਜੋ ਰਾਮ ਨਾ ਕਰੈ ਸਾ, ਜੇ ਰੱਬ ਨੇ ਨਹੀਂ ਸਹਾਇਤਾ ਕਰਨੀ ਇਹੋ ਜਿਹੇ ਬੰਦੇ ਗਰਕ ਹੋਏ ਖੁਦ, ਇਹ ਤੁਹਾਨੂੰ ਰੱਬ ਤੱਕ ਕੀ ਪਹੁੰਚਾਉਣਗੇ। ਕਹਿੰਦੇ ਜੇ ਡਾਲੀ ਪੱਗ ਧਰੋਂ ਸੋਈ ਮੁਰਮੁਰ ਜਾਏ, ਜਿਸ ਮੈਂ ਟਾਹਣੀ ਤੇ ਪੈਰ ਰੱਖਦਾ ਉਹੀ ਟੁੱਟਦੀ ਜਾਂਦੀ। ਮਤਲਬ ਕੀ ਹੈ ਕਿ ਮੈਂ ਪਰਤਾ ਕੇ ਪਰਖ ਕੇ ਵੇਖ ਰਿਹਾ, ਐਸੇ ਪਖੰਡੀ ਸਦਾ ਸਾਥ ਨਹੀਂ ਦਿੰਦੇ, ਇਹ ਤਾਂ ਆਪ ਗਰਕ ਹੋਏ ਪਏ ਸਵਾਰਥਾਂ ਵਿੱਚ, ਇਹਨਾਂ ਨੇ ਤੁਹਾਡਾ ਕੀ ਸਾਥ ਦੇਣਾ। ਕਬੀਰ ਸਾਹਿਬ ਕਹਿੰਦੇ ਅਵਰਾਂ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ। ਕਬੀਰ ਸਾਹਿਬ ਕਹਿੰਦੇ ਐਸੇ ਲੋਕ ਦੂਜਿਆਂ ਨੂੰ ਤਾਂ ਇਹ ਉਪਦੇਸ਼ ਦਿੰਦੇ ਆ ਸੱਚ ਦਾ, ਪਰ ਅਸਲ ਦੇ ਵਿੱਚ ਇਹਨਾਂ ਦੇ ਆਪਣੇ ਜਿਹੜੇ ਬੋਲ ਹੁੰਦੇ ਆ ਇਹਨਾਂ ਵਿੱਚ ਕੋਈ ਰਸ ਨਹੀਂ ਹੁੰਦਾ। ਜਿਹੜਾ ਬੰਦਾ ਪ੍ਰਮਾਤਮਾ ਨਾਲ ਜੁੜਿਆ ਹੋਇਆ ਉਹਦੇ ਲਫ਼ਜ਼ ਖੰਡ ਵਰਗੇ ਹੁੰਦੇ ਆ, ਪਰ ਜਿਹੜਾ ਰੱਬ ਤੋਂ ਟੁੱਟਿਆ ਹੋਇਆ ਹੁੰਦਾ ਉਹਦੇ ਲਫ਼ਜ਼ ਰੇਤ ਵਰਗੇ ਹੁੰਦੇ ਆ, ਬੇਰਸ ਹੁੰਦੇ ਆ, ਬੇਰਸ। ਮੁਖ ਮੈਂ ਪਰ ਹੈ ਰੇਤ, ਉਹਨਾਂ ਦੇ ਮੂੰਹ 'ਚ ਰੇਤ ਹੀ ਪਈ ਹੋਈ ਹੈ। ਮਤਲਬ ਕਿ ਉਹ ਰਸ ਨਹੀਂ ਕੋਈ ਉਹਨਾਂ ਦੇ, ਨਾ ਜੀਵਨ ਵਿੱਚ ਨਾ ਉਹਨਾਂ ਦੇ ਬੋਲਾਂ ਵਿੱਚ। ਉਹ ਪਖੰਡ ਹੀ ਕਰ ਰਹੇ ਹੁੰਦੇ ਆ। ਐਸੇ ਲੋਕ ਦੂਜਿਆਂ ਨੂੰ ਤਾਂ ਉਪਦੇਸ਼ ਬਹੁਤ ਦਿੰਦੇ, ਪਰ ਅਸਲ ਦੇ ਵਿੱਚ ਇਹਨਾਂ ਦੇ ਆਪਣੇ ਜੀਵਨ ਵਿੱਚ ਕੱਖ ਵੀ ਨਹੀਂ ਹੁੰਦਾ। ਰਾਸ ਬਰਾਨੀ ਰਾਖ ਤੇ ਖਾਇਆ ਘਰ ਕਾ ਖੇਤ, ਆਪਣਾ ਘਰ ਦਾ ਖੇਤ ਤਾਂ ਖਾ ਚੁੱਕੇ ਹੁੰਦੇ ਨੇ ਜਾਨਵਰ, ਤੇ ਦੂਜਿਆਂ ਦੇ ਖੇਤ ਬਚਾਉਂਦੇ ਫਿਰਦੇ। ਭਾਵ ਕੀ ਹੈ, ਲੋਕਾਂ ਨੂੰ ਇਹ ਉਪਦੇਸ਼ ਦਿੰਦੇ ਆਪਾਂ ਤੁਹਾਡੀ ਰਖਵਾਲੀ ਕਰਾਂਗੇ, ਆਪਾਂ ਤੁਹਾਨੂੰ ਡੁੱਬਣੋਂ ਬਚਾਵਾਂਗੇ, ਆਪਾਂ ਤੁਹਾਡਾ ਜਨਮ ਸਫਲ ਕਰਾਂਗੇ, ਪਰ ਆਪ ਇਹਨਾਂ ਤੇ 100 200 ਕੇਸ ਹੋਏ ਹੁੰਦੇ ਆ, ਗਰਕ ਹੋਏ ਹੁੰਦੇ ਆਪ। ਦੂਜਿਆਂ ਦੇ ਘਰ ਬਚਾਉਣ ਦਾ ਪਖੰਡ ਕਰਨ ਵਾਲੇ ਇਹ ਲੋਕ ਆਪ ਗਰਕ ਹੋਏ ਹੁੰਦੇ। ਕਬੀਰ ਸਾਧੂ ਕੀ ਸੰਗਤ ਰਹੋ ਜਉ ਕੀ ਭੂਸੀ ਕਹੋ, ਆਹ ਗੱਲ ਸਮਝਣ ਵਾਲੀ। ਕਹਿੰਦੇ ਕੋਈ ਪਰਵਾਹ ਨਹੀਂ, ਮੈਂ ਉਸ ਬੰਦੇ ਦੀ ਸੰਗਤ ਕਰਦਾ ਜਿਹੜਾ ਸਾਧੂ ਹੈ। ਭਾਵ ਕਿ ਜਿਹੜਾ ਜੁੜਿਆ ਰੱਬ ਨਾਲ ਅੰਦਰੋਂ ਬਾਹਰੋਂ, ਜਿਹੜਾ ਇੱਕ ਹੋ ਚੁੱਕਾ, ਭਾਵੇਂ ਲੋਕ ਬਹੁਤੇ ਉਹਦੇ ਨਾਲ ਨਾ ਹੋਣ, ਭਾਵੇਂ ਉਹਦੀ ਕੋਈ ਜ਼ਿਆਦਾ ਸ਼ਾਨੋ ਸ਼ੌਕਤ ਨਾ ਹੋਵੇ, ਭਾਵੇਂ ਉਹਦੇ ਕੋਲ ਚੰਗੀਆਂ ਗੱਡੀਆਂ ਨਾ ਹੋਣ, ਭਾਵੇਂ ਉਹਦਾ ਕੋਈ ਵੱਡਾ ਡੇਰਾ ਨਾ ਹੋਵੇ। ਬਾਬਾ ਆਵੇ ਤਾਂ ਫੁੱਲਾਂ ਦੀ ਵਰਖਾ, ਗੁਰੂ ਗ੍ਰੰਥ ਸਾਹਿਬ ਆਉਣ ਤਾਂ 5 ਬੰਦੇ ਨਾਲ ਨਹੀਂ ਹੁੰਦੇ। ਬਾਬਾ ਦੀਵਾਨ ਤੋਂ ਉੱਠ ਕੇ ਚੱਲੇ ਸਾਰੀ ਸੰਗਤ ਨਾਲ ਤੁਰ ਪੈਂਦੀ ਹੈ। ਗੁਰੂ ਗ੍ਰੰਥ ਸਾਹਿਬ ਦਾ ਸੁਖਾਸਨ ਕਰਕੇ ਲੈ ਕੇ ਜਾਣਾ ਹੋਵੇ ਤੇ 5 ਬੰਦੇ ਨਹੀਂ ਹੁੰਦੇ। ਲੱਖ ਲਾਹਨਤਾਂ ਹੀ ਹੈ। ਸੋਚਣ ਵਾਲੀ ਗੱਲ ਹੈ। ਅੱਜ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ ਫਿਰ ਆਪਾਂ ਰੋਣੇ ਪਿੱਟਦੇ ਕਿਉਂ? ਤੇ ਜਿਹੜੀ ਆਪਾਂ ਰੋਜ਼ ਕਰਦੇ ਹਾਂ ਬੇਅਦਬੀ, ਉਹ ਬੇਅਦਬੀ ਨਹੀਂ, ਉਹ ਵੀ ਤਾਂ ਬੇਅਦਬੀ ਹੈ। ਸੋਚ ਕੇ ਦੇਖਿਓ, ਉਹ ਵੀ ਬੇਅਦਬੀ ਹੈ। ਕਬੀਰ ਸਾਹਿਬ ਕਹਿੰਦੇ ਨੇ ਮੈਂ ਆਪਣੇ ਗੁਰੂ ਦੀ ਸੰਗਤ ਕਰਦਾ, ਗੁਰਮੁਖਾਂ ਦੀ ਸੰਗਤ ਵਿੱਚ ਟਿਕਿਆ, ਚਾਹੇ ਮੇਰੀ ਕਿਰਤ ਕਮਾਈ ਬਹੁਤ ਘਟ ਜਾਏ, ਭਾਵੇਂ ਮੈਂ ਜੌਆਂ ਦੀਆਂ ਛਿਲੜਾਂ ਖਾ ਕੇ ਗੁਜ਼ਾਰਾ ਕਰਾਂ। ਜੌਂ ਦੀਆਂ ਛਿਲੜਾਂ, ਜੌਂ ਨਹੀਂ, ਜੌਂ ਦੀਆਂ ਛਿਲੜਾਂ ਵੀ ਭਾਵੇਂ ਮੈਨੂੰ ਮਿਲ ਜਾਣ, ਭਾਵ ਕਿ ਮੇਰੇ ਘਰ 'ਚ ਬਹੁਤ ਗਰੀਬੀ ਵੀ ਹੋ ਜਾਏ, ਮੇਰੀ ਆਰਥਿਕ ਹਾਲਤ ਵੀ ਮਾੜੀ ਹੋ ਜਾਏ, ਕੁਝ ਵੀ ਹੋ ਜਾਏ, ਪਰ ਮੈਂ ਸੱਚਾ ਰਸਤਾ ਨਹੀਂ ਛੱਡਣ ਲੱਗਾ, ਕਦੇ ਨਹੀਂ ਛੱਡਦਾ। ਮੈਂ ਸੱਚੇ ਰਸਤੇ ਉੱਤੇ ਤੁਰਦਾ ਰਹਾਂਗਾ, ਭਾਵੇਂ ਜੋ ਮਰਜ਼ੀ ਹੋ ਜਾਏ। ਹੋਣਹਾਰ ਸੋ ਹੋਏ ਹੈ ਸਾਖਤ ਸੰਗ ਨਾ ਜਾਉ, ਭਾਵੇਂ ਜੋ ਮਰਜ਼ੀ ਹੋ ਜਾਏ, ਪਰ ਮੈਂ ਇਹੋ ਜਿਹੇ ਰੱਬ ਦੇ ਟੁੱਟੇ ਹੋਏ ਬੰਦਿਆਂ ਦੀ ਸੰਗਤ ਨਹੀਂ ਕਰਨ ਲੱਗਾ। ਤੁਹਾਨੂੰ ਆ ਕੇ ਪ੍ਰੇਰਨਗੇ, ਕਹਿਣਗੇ ਗੁਰਦੁਆਰੇ 'ਚ ਕੀ ਰੱਖਿਆ, ਗੁਰੂ ਗ੍ਰੰਥ ਸਾਹਿਬ ਤੁਹਾਨੂੰ ਕੀ ਦਿੰਦਾ, ਚਲੋ ਸਾਡੇ ਬਾਬੇ ਦੇ ਕੋਲ, ਬਾਬਾ ਜੀ ਬਹੁਤ ਕਿਰਪਾ ਕਰਦੇ ਆ, ਚਰਚ ਵਿੱਚ ਚਲੋ, ਜੀਸਸ ਨੂੰ ਮੰਨੋ, ਤੁਹਾਡੇ ਤੇ ਜ਼ਿਆਦਾ ਕਿਰਪਾ ਹੋਏਗੀ, ਰਹਿਮਤ ਹੋਏਗੀ। ਸੱਚਾ ਬੰਦਾ ਕਦੇ ਨਹੀਂ ਜਾਂਦਾ। ਉਹ ਕਹਿੰਦਾ ਮੈਂ ਇੱਥੇ ਠੀਕ ਹੈ, ਤੁਸੀਂ ਆਪਣੇ ਘਰ ਠੀਕ, ਮੈਂ ਇੱਥੇ ਠੀਕ। ਪਰ ਝੂਠੇ ਭੱਜੇ ਜਾਂਦੇ। ਜਿਨ੍ਹਾਂ ਨੂੰ ਇੱਥੋਂ ਨਹੀਂ ਕੁਛ ਮਿਲਿਆ, ਉਹਨਾਂ ਨੂੰ ਉੱਥੋਂ ਨਹੀਂ ਕੁਛ ਮਿਲਣਾ, ਕਿਉਂਕਿ ਵਿਕਾਊ ਲੋਕਾਂ ਦੀ ਕੋਈ ਗੈਰਤ, ਕੋਈ ਇੱਜ਼ਤ ਨਹੀਂ ਹੁੰਦੀ, ਯਾਦ ਰੱਖਿਓ। ਕਬੀਰ ਸੰਗਤ ਸਾਧ ਕੀ ਦਿਨ ਦਿਨ ਦੂਨਾ ਹੇਤ, ਕਹਿੰਦੇ ਨੇ ਗੁਰਮੁਖਾਂ ਦੀ ਸੰਗਤ ਵਿੱਚ ਰਿਹਾ ਦਿਨੋਂ ਦਿਨ ਪ੍ਰਮਾਤਮਾ ਨਾਲ ਪਿਆਰ ਵੱਧਦਾ। ਦੇਖੋ ਜਿਹੜੇ ਪਿਆਰ ਕਰਦੇ ਆ ਉਹਨਾਂ ਦੀ ਸੰਗਤ ਵਿੱਚ ਰਹਿ ਕੇ ਪਿਆਰ ਬਣਨਾ। ਜਿਹੜੇ ਟੁੱਟੇ ਐ ਐਸੇ ਲੋਕ, ਗਰਕੇ ਲੋਕਾਂ ਨੇ ਕੀ ਪ੍ਰਮਾਤਮਾ ਨਾਲ ਪਿਆਰ ਕਰਨਾ ਤੇ ਕੀ ਤੁਹਾਨੂੰ ਜੋੜਨਾ। ਸੰਗਤ ਸਾਧ ਕੀ, ਸਾਧ ਦੀ ਸੰਗਤ, ਸਾਧੂ ਦੀ ਸੰਗਤ, ਗੁਰੂ ਦੀ ਸੰਗਤ ਵਿੱਚ ਰਿਹਾ, ਗੁਰੂ ਗ੍ਰੰਥ ਸਾਹਿਬ, ਗੁਰੂ ਨਾਨਕ ਸਾਹਿਬ ਦੀ ਸੰਗਤ ਕੀਤੇ ਆ, ਦਿਨ ਦਿਨ ਦੂਨਾ ਹੇਤ, ਦਿਨੋਂ ਦਿਨ ਦੂਨਾ ਪਿਆਰ ਵਧੇਗਾ, ਦੂਣ ਸਵਾਈ ਹੋਏਗਾ ਪਿਆਰ, ਵਧੇਗਾ ਰੱਬ ਨਾਲ ਪਿਆਰ। ਸਾਕਤ ਕਾਰੀ ਕੰਬਰੀ, ਪਰ ਰੱਬ ਤੋਂ ਟੁੱਟੇ ਹੋਏ ਪਖੰਡੀ ਸਾਧ ਲੋਕ ਜਿਹੜੇ ਐ ਉਹ ਤਾਂ ਕਾਲੀ ਕੰਬਲੀ ਹੈ, ਧੋਏ ਹੋਏ ਨਾ ਸੇਤ, ਜਿੰਨਾ ਮਰਜੀ ਧੋ ਉਹ ਕਦੇ ਚਿੱਟੇ ਨਹੀਂ ਹੁੰਦੇ। ਭਾਵ ਇਹੋ ਜਿਹੇ ਪਖੰਡੀ ਲੋਕਾਂ ਦੀ ਸੰਗਤ ਕੀਤਿਆਂ ਜੀਵਨ ਗਰਕ ਹੁੰਦਾ, ਜੀਵਨ 'ਚ ਸਫਾਈ ਨਹੀਂ ਹੁੰਦੀ।
ਸੋ ਕਬੀਰ ਸਾਹਿਬ ਨੇ ਜੋ ਇਹ ਬਾਤਾਂ ਕਹੀਆਂ ਨੇ ਉਹਨਾਂ ਨੂੰ ਜੀਵਨ ਵਿੱਚ ਵੀ ਵਸਾਉਣਾ। ਹੋਰ ਲੋਕਾਂ ਦੀ ਪੂਜਾ ਛੱਡ ਕੇ, ਪਖੰਡੀਆਂ ਦੀ ਪੂਜਾ ਛੱਡ ਕੇ ਗੁਰੂ ਗ੍ਰੰਥ ਸਾਹਿਬ ਨਾਲ ਜੁੜੋ ਤਾਂ ਜੀਵਨ ਦਾ ਪਾਰ ਉਤਾਰਾ ਹੋਣਾ, ਨਹੀਂ ਤਾਂ ਜੀਵਨ ਗਰਕ ਹੋ ਜਾਏਗਾ। ਸੋ ਇਤਨੀਆਂ ਬੇਨਤੀਆਂ ਸਵੀਕਾਰ ਕਰੋ। ਸਤਿਗੁਰੂ ਨੇ ਦਇਆ ਕੀਤੀ ਹੈ, ਅੱਜ 20 ਨੰਬਰ ਪਾਠ ਸਮਾਪਤ ਹੋਇਆ ਤੇ 100 ਸ਼ਲੋਕ ਇੱਥੇ ਸਮਾਪਤ ਹੋਏ। ਆਉਣ ਵਾਲਾ ਜਿਹੜਾ ਸਮਾਂ ਉਹ ਵੀ ਸਤਿਗੁਰੂ ਜੀ ਕਿਰਪਾ ਕਰਕੇ ਚਰਨੀ ਲਾ ਕੇ ਰੱਖਣ ਤਾਂ ਕਿ ਆਪਾਂ ਗੁਰਬਾਣੀ ਦੀ ਵਡਿਆਈ ਵਿਚਾਰ ਇਸ ਤਰ੍ਹਾਂ ਕਰਦੇ ਰਹੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।